ਕਨੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। BC 'ਚ ਕੋਵਿਡ-19 ਦੇ ਮਾਮਲਿਆਂ 'ਚ ਕੁਝ ਗਿਰਾਵਟ, ਹਾਲਾਂਕਿ 20 ਵਾਇਰਸ ਪੀੜਤਾਂ ਦੀ ਮੌਤ ਹੋਈ ਰਿਪੋਰਟ। ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਚੱਲੀ ਗੋਲੀ 'ਚ ਪੀੜਤ ਵਿਅਕਤੀ ਦੀ ਪਛਾਣ ਕੀਤੀ ਜਨਤਕ। 28 ਸਾਲਾ ਕਰਮਨ ਗਰੇਵਾਲ ਦੀ ਮੌਤ। ਨੈਸ਼ਨਲ ਪੁਲਿਸ ਫੈਡਰੇਸ਼ਨ ਨੇ BC ਸਰਕਾਰ ਨੂੰ ਸਰੀ ਪੁਲਿਸ ਸਰਵਿਸ ਦੀ ਰਿਕਰੂਟਮੈਂਟ ਰੋਕਣ ਨੂੰ ਕਿਹਾ। ਗੈਂਗ ਹਿੰਸਾ ਦਿੱਤਾ ਹਵਾਲਾ। ਕੋਲੋਰਾਡੋ 'ਚ ਬॉयਫ੍ਰੈਂਡ ਨੇ ਜਨਮਦਿਨ ਪਾਰਟੀ ਵਿੱਚ ਗਰਲਫ੍ਰੈਂਡ ਸਮੇਤ 6 ਲੋਕਾਂ ਦਾ ਕੀਤਾ ਕਤਲ, ਖੁਦ ਦੀ ਵੀ ਜਾਨ ਲਈ। ਕਾਂਗਰਸ ਦੇ ਕੌਮੀ ਪ੍ਰਧਾਨ ਦੇ ਚੋਣ ਲਈ ਹੋਵੇਗੀ ਪਾਰਟੀ ਦੀ ਅੰਦਰੂਨੀ ਚੋਣ, 23 ਜੂਨ ਨੂੰ ਹੋ ਸਕਦੀ ਚੋਣ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC 'ਚ ਕੋਵਿਡ-19 ਦੇ 1759 ਮਾਮਲੇ ਰਿਪੋਰਟ ਹੋਏ ਹਨ। ਦੁੱਖ ਦੀ ਗੱਲ ਸੀ ਕਿ 20 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,36,100 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1622 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 6140 ਤੱਕ ਪਹੁੰਚ ਗਏ ਹੈ। ਕੁੱਲ 415 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 150 ਨੂੰ ICU 'ਚ ਰੱਖਿਆ ਗਿਆ। ਇਹ ਬੀਤੇ 72 ਘੰਟੇ ਦਾ ਅੰਕੜਾ ਹੈ। ਇਸ ਦੌਰਾਨ ਸ਼ੁੱਕਰਵਾਰ ਨੂੰ 596, ਸ਼ਨੀਵਾਰ ਨੂੰ 605 ਤੇ ਐਤਵਾਰ ਨੂੰ 558 ਮਾਮਲੇ ਰਿਪੋਰਟ ਹੋਏ। BC 'ਚ ਕੋਵਿਡ-19 ਸੰਬੰਧੀ 21,59,103 ਵੈਕਸੀਨ ਖੁਰਾਕਾਂ ਪ੍ਰਦਾਨ ਹੋ ਚੁੱਕੀਆਂ। ਇਸ ਦੌਰਾਨ 1,06,058 ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਾਸਲ ਹੋ ਚੁੱਕੀਆਂ। We've delivered 2,159,103 doses of all three COVID-19 vaccines in BC, and 106,058 are second doses. Starting later this evening across the province, anyone who's 40 years of age and older will be able to book their vaccine, their appointment. Additionally, all adults, those 18 years of age and older who live in one of our identified high-risk CHSAs can book their vaccine starting later today. ਮੈਟਰੋ ਵੈਨਕੂਵਰ 'ਚ ਹੋਮਿਸਾਈਡ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਚਮੰਡ ਵਿੱਚ ਹਵਾਈ ਅੱਡੇ ਦੇ ਡਿਪਾਰਚਰ ਗੇਟ ਦੇ ਦਾਖਲੇ ਕੋਲ ਵਾਪਰੀ ਗੋਲੀਬਾਰੀ ਦੀ ਘਟਨਾ ਗੈਂਗ ਹਿੰਸਾ ਨਾਲ ਸੰਬੰਧਿਤ ਸੀ। ਪੁਲਿਸ ਦਾ ਕਹਿਣਾ ਸੀ ਕਿ 28 ਸਾਲਾ ਕਰਮਨ ਗਰੇਵਾਲ ਦੀ ਮੌਤ ਹੋ ਗਈ ਹੈ। ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਸਾਈਡਵਾਕ ਦੇ ਕੋਲ ਇਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਪੀੜਤ ਆਦਮੀ ਬਾਰੇ ਜਾਣੂ ਸਨ। ਇਸ ਨੂੰ ਮੈਟਰੋ ਵੈਨਕੂਵਰ 'ਚ ਬੀਤੇ 3 ਹਫ਼ਤਿਆਂ 'ਚ ਵਾਪਰੀ 10ਵੀਂ ਗੋਲੀਬਾਰੀ ਸੰਬੰਧੀ ਮੌਤ ਦੱਸਿਆ ਗਿਆ ਅਤੇ 5ਵਾਂ ਅਜਿਹਾ ਹਮਲਾ ਜਿਸ ਨੂੰ ਮਿੱਥ ਕੇ ਅੰਜਾਮ ਦਿੱਤਾ ਗਿਆ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ RCMP ਕਰੂਜ਼ਰ ਤੇ ਵੀ ਗੋਲੀ ਚਲਾਈ ਗਈ ਸੀ, ਹਾਲਾਂਕਿ ਕਿਸੇ ਪੁਲਿਸ ਅਫਸਰ ਦੇ ਸੱਟਾਂ ਲੱਗਣ ਤੋਂ ਬਚਾ ਰਿਹਾ। ਯਾਦ ਰਹੇ ਘਟਨਾ ਤੋਂ ਕਰੀਬ ਅੱਧਾ ਘੰਟਾ ਬਾਅਦ ਸ਼ੱਕੀ ਵਾਹਨ ਨੂੰ ਸਰੀ 'ਚ ਅੱਗ ਦੇ ਹਵਾਲੇ ਕੀਤਾ ਪਾਇਆ ਗਿਆ ਸੀ। ਅੱਜ ਸਰੀ RCMP ਦੀ ਬਰਨਬੀ ਡਿਟੈਚਮੈਂਟ ਵਿੱਚ IHIT ਕੰਬਾਈਨਡ ਫੋਰਸਿਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਤੇ ਬਰਨਬੀ RCMP ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਬਰਨਬੀ ਵਿੱਚ ਹੋਈ ਜਾਨਲੇਵਾ ਸ਼ੂਟਿੰਗ ਦੇ ਸੰਬੰਧ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿੱਚ IHIT ਦੇ ਆਫੀਸਰ ਇੰਚਾਰਜ ਦੇਵ ਚੌਹਾਨ ਨੇ ਦੱਸਿਆ ਕਿ ਸ਼ੂਟਿੰਗ ਵਿੱਚ 19 ਸਾਲਾ ਟੋਨੀ ਡਲਿਪੀ ਦੇ ਕਤਲ ਦੇ ਸੰਬੰਧ ਵਿੱਚ 20 ਸਾਲਾ ਅਹਿਮਦ ਤਾਹਿਰ ਨੂੰ ਫਸਟ ਡਿਗਰੀ ਮਰਡਰ ਦੇ ਲਈ ਚਾਰਜ ਕੀਤਾ ਗਿਆ। ਇਸ ਘਟਨਾ ਵਿੱਚ ਇੱਕ ਨਿਰਦੋਸ਼ ਵਿਅਕਤੀ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਪੁਸ਼ਟੀ ਵੀ ਕੀਤੀ ਗਈ ਹੈ, ਜਿਸ ਦੀ ਹਾਲਤ ਸਥਿਰ ਦੱਸੀ ਗਈ ਹੈ। ਇਸ ਮੌਕੇ ਤੇ CFSEU ਦੇ ਅਸਿਸਟੈਂਟ ਕਮਿਸ਼ਨਰ ਮੈਨੀ ਮਾਨ ਦਾ ਕਹਿਣਾ ਸੀ ਕਿ ਲੋਅਰ ਮੇਨਲੈਂਡ ਵਿੱਚ ਗੈਂਗ ਹਿੰਸਾ ਦੇ ਚੱਲਦੇ ਨੇਬਰਹੁੱਡਸ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਨੈਸ਼ਨਲ ਪੁਲਿਸ ਫੈਡਰੇਸ਼ਨ ਦਾ ਕਹਿਣਾ ਹੈ ਕਿ ਉਹਨਾਂ BC ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰੀ ਪੁਲਿਸ ਸਰਵਿਸ ਨੂੰ ਨਿਰਦੇਸ਼ ਦਿੱਤੇ ਜਾਣ ਕਿ ਪੁਲਿਸ ਦੇ ਐਕਟਿਵ ਮੈਂਬਰਾਂ ਦੀ ਰਿਕਰੂਟਮੈਂਟ ਨੂੰ ਰੋਕਿਆ ਜਾਵੇ। ਦੱਸਿਆ ਗਿਆ ਕਿ ਲੋਅਰ ਮੇਨਲੈਂਡ ਵਿੱਚ ਜਾਰੀ ਗੈਂਗ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ ਵਿਚਾਲੇ ਸਰੀ ਪੁਲਿਸ ਨੇ ਪੁਲਿਸ ਦੇ ਐਕਟਿਵ ਮੈਂਬਰਾਂ ਨੂੰ ਰਿਕਰੂਟ ਕਰਨਾ ਜਾਰੀ ਰੱਖਿਆ। ਫੈਡਰੇਸ਼ਨ ਦਾ ਕਹਿਣਾ ਹੈ ਕਿ ਇਹ ਸਮਾਂ ਨਹੀਂ ਹੈ ਕਿ ਪਹਿਲਾਂ ਤੋਂ ਹੀ ਘੱਟ ਰਿਸੋਰਸਿਸ ਨੂੰ ਹੋਰ ਘਟਾ ਦਿੱਤਾ ਜਾਵੇ। ਅੱਜ ਸਰੀ 'ਚ ਫਾਇਰ ਫਾਈਟਰਸ ਨੂੰ ਫਰੇਜ਼ਰ ਹਾਈਵੇ ਦੇ ਕੋਲ 138 ਸਟਰੀਟ ਦੇ ਇਲਾਕੇ ਵਿੱਚ ਸੱਦਿਆ ਗਿਆ। ਇਲਾਕੇ 'ਚ ਇੱਕ ਵੱਡੀ ਸਟਰਕਚਰ ਅੱਗ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇੱਕ 2 ਮੰਜ਼ਲਾ ਇਮਾਰਤ ਦੀਆਂ ਖਿੜਕੀਆਂ ਤੇ ਛੱਤ ਤੋਂ ਅੱਗ ਦੀਆਂ ਲਪਟਾਂ ਨਿਕਲਦੇ ਵੇਖੀਆਂ ਜਾ ਸਕਦੀਆਂ ਸੀ। ਇਸ ਇਮਾਰਤ ਵਿੱਚ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਯੂਨਿਟ ਸਨ। ਮੌਕੇ ਤੇ ਘੱਟੋ ਘੱਟ ਇੱਕ ਵਿਅਕਤੀ ਨੂੰ ਹਸਪਤਾਲ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਘਟਨਾ ਦੌਰਾਨ ਅੱਗ ਤੇ ਕਾਬੂ ਪਾਉਣ ਲਈ 11 ਫਾਇਰ ਟਰੱਕ
ਤੇ 33 ਫਾਇਰ ਕਰਮੀ ਮੌਕੇ ਤੇ ਪਹੁੰਚੇ ਸਨ। ਸਰੀ ਆਰਸੀਐਮਪੀ ਵੱਲੋਂ ਲੋਕਾਂ ਨੂੰ ਯਾਦ ਦਿਵਾਇਆ ਜਾ ਰਿਹਾ ਹੈ ਕਿ ਇਨਵੈਸਟਮੈਂਟ ਸੰਬੰਧੀ ਘਪਲਿਆਂ ਤੋਂ ਬਚਾਅ ਕੀਤਾ ਜਾਵੇ। ਇਸੇ ਸਾਲ ਹੋਈਆਂ ਅਜਿਹੀਆਂ ਘਪਲਿਆਂ ਦੀਆਂ ਕਈ ਰਿਪੋਰਟਸ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ। ਜਨਵਰੀ 2021 ਤੋਂ ਹੁਣ ਤੱਕ ਸਰੀ ਆਰਸੀਐਮਪੀ ਨੂੰ ਕ੍ਰਿਪਟੋ ਕਰੰਸੀ ਨਾਲ ਸੰਬੰਧਿਤ ਠੱਗੀ ਦੀਆਂ 59 ਸ਼ਿਕਾਇਤਾਂ ਹਾਸਲ ਹੋ ਚੁੱਕੀਆਂ, ਜਿਸ ਦੀ ਕੁੱਲ ਰਕਮ $6,12,748 ਦੱਸੀ ਗਈ ਹੈ। ਇਸ 'ਚ ਸਭ ਤੋਂ ਵੱਧ ਰਿਪੋਰਟ ਹੋਏ ਘਪਲੇ CRA ਪੁਲਿਸ ਠੱਗੀ ਦੇ ਦੱਸੇ ਗਏ, ਜਿਸ ਦੀਆਂ 25 ਸ਼ਿਕਾਇਤਾਂ ਹਾਸਲ ਹੋਈਆਂ ਹਨ। ਅਜਿਹੇ ਘਪਲਿਆਂ 'ਚ ਆਮ ਤੌਰ ਤੇ ਠੱਗ ਖੁਦ ਨੂੰ ਕਿਸੇ ਅਧਿਕਾਰੀ ਵਜੋਂ ਪੇਸ਼ ਕਰਦੇ ਹੈ। ਕ੍ਰਿਪਟੋ ਕਰੰਸੀ ਨਾਲ ਸੰਬੰਧਿਤ ਠੱਗੀ ਦੀਆਂ ਘਟਨਾਵਾਂ 'ਚ $3,75,200 ਦੇ ਨੁਕਸਾਨ ਦਾ ਅਨੁਮਾਨ ਦੱਸਿਆ ਗਿਆ। ਕੈਨੇਡੀਅਨ ਸਨੋਬਰਡਸ ਟੀਮ ਦੇ ਇੱਕ ਮੈਂਬਰ ਦਾ ਕਹਿਣਾ ਹੈ ਕਿ ਇੱਕ ਪਾਇਲਟ ਨੂੰ ਅੱਜ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਅਜਿਹਾ ਉਸ ਵੇਲੇ ਹੋਇਆ ਜਦ ਹਵਾਈ ਜਹਾਜ਼ ਨਾਲ ਇੱਕ ਪੰਛੀ ਟਕਰਾ ਗਿਆ ਸੀ। BC ਵਿੱਚ ਐਰੋਬੈਟਿਕਸ ਟੀਮ ਵੱਲੋਂ 19 ਵਿੰਗ ਕੋਆਮੌਕਸ ਵਿੱਚ ਸਪ੍ਰਿੰਗ ਟ੍ਰੇਨਿੰਗ ਸੈਸ਼ਨ ਜਾਰੀ ਹੈ। ਇਸ ਦੌਰਾਨ ਰੋਜ਼ਾਨਾ 2 ਵਾਰ ਫਲਾਈਟਸ ਕੰਡਕਟ ਕੀਤੀਆਂ ਜਾ ਰਹੀਆਂ ਹਨ। ਟੀਮ ਦੇ ਬੁਲਾਰੇ ਕੈਪਟਨ ਗੈਬਰੀਅਲ ਫੈਰਿਸ ਦਾ ਕਹਿਣਾ ਸੀ ਕਿ ਘਟਨਾ ਸਵੇਰੇ ਕਰੀਬ 9:30 ਵਜੇ ਵਾਪਰੀ ਸੀ। ਓਨਟਾਰੀਓ ਦਾ ਕਹਿਣਾ ਹੈ ਕਿ ਉਹ ਕੋਵਿਡ-19 ਵੈਕਸੀਨ ਦੀ ਮਿਕਸ ਤਰੀਕੇ ਨਾਲ ਵਰਤੋਂ ਸ਼ੁਰੂ ਕਰ ਸਕਦੇ ਹਨ। ਸੂਬੇ ਦਾ ਕਹਿਣਾ ਹੈ ਕਿ ਵੈਕਸੀਨ ਖੁਰਾਕਾਂ ਦੀ ਅੱਗੇ ਦੀ ਡਿਲੀਵਰੀ ਬਾਰੇ ਪੂਰੀ ਸਪਸ਼ਟਤਾ ਨਹੀਂ ਹੈ ਅਤੇ ਸਪਲਾਈ ਦੀ ਚੁਣੌਤੀ ਨਾਲ ਨਜਿੱਠਣ ਲਈ ਖੁਰਾਕਾਂ ਦੀ ਮਿਕਸ ਵਰਤੋਂ ਸ਼ੁਰੂ ਹੋ ਸਕਦੀ ਹੈ। ਸਿਹਤ ਮੰਤਰੀ ਕ੍ਰਿਸਟੀਅਨ ਐਲੀਅਟ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਪਹਿਲੀ ਡੋਜ਼ ਵਜੋਂ ਆਕਸਫੋਰਡ ਐਸਟਰਾਜ਼ੈਨੇਕਾ ਹਾਸਲ ਕਰਨ ਵਾਲੇ ਲੋਕਾਂ ਨੂੰ ਦੂਜੀ ਡੋਜ਼ ਵਜੋਂ ਕੋਈ ਹੋਰ ਵੈਕਸੀਨ ਪ੍ਰਦਾਨ ਕੀਤੀ ਜਾਵੇ। ਕਿਊਬੈਕ ਨੇ ਵੀ ਆਖਿਆ ਹੈ ਕਿ ਸਪਲਾਈ ਦੀ ਕਮੀ ਦੇ ਕਾਰਨ ਉਹ ਵੀ ਵੈਕਸੀਨ ਦੀ ਮਿਕਸ ਵਰਤੋਂ ਕਰ ਸਕਦੇ ਹਨ। ਕੋਲੋਰਾਡੋ ਦੇ ਅਧਿਕਾਰੀਆਂ ਵੱਲੋਂ ਇੱਕ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀਕਐਂਡ ਦੌਰਾਨ ਇੱਕ ਵਿਅਕਤੀ ਨੇ ਇੱਕ ਜਨਮਦਿਨ ਪਾਰਟੀ ਦੌਰਾਨ ਗੋਲੀ ਕਿਉਂ ਚਲਾ ਦਿੱਤੀ। ਇਸ ਘਟਨਾ ਦੌਰਾਨ ਗੋਲੀ ਚਲਾਉਣ ਵਾਲੇ ਆਦਮੀ ਦੀ ਗਰਲਫ੍ਰੈਂਡ ਅਤੇ 5 ਹੋਰ ਐਡਲਟ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਐਤਵਾਰ ਨੂੰ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਵਾਪਰੀ। ਘਟਨਾ ਕੋਲੋਰਾਡੋ ਸਪ੍ਰਿੰਗਸ ਦੇ ਇਲਾਕੇ ਵਿੱਚ ਵਾਪਰੀ ਦੱਸੀ ਗਈ। ਅਫਸਰਾਂ ਨੇ ਇੱਕ ਹੋਮ ਟ੍ਰੇਲਰ ਤੱਕ ਪਹੁੰਚ ਕੀਤੀ ਤੇ ਮੌਕੇ ਤੇ 6 ਲੋਕਾਂ ਨੂੰ ਮ੍ਰਿਤ ਪਾਇਆ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿਸ ਨੇ ਬਾਅਦ ਵਿੱਚ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਪਾਰਟੀ 'ਚ ਕੁਝ ਪਰਿਵਾਰ ਅਤੇ ਬੱਚੇ ਵੀ ਸ਼ਾਮਲ ਦੱਸੇ ਗਏ, ਪਰ ਕਿਸੇ ਬੱਚੇ ਦੇ ਜ਼ਖਮੀ ਹੋਣ ਤੋਂ ਬਚਾ ਰਿਹਾ। ਕਾਂਗਰਸ ਪਾਰਟੀ ਦਾ ਅਗਲਾ ਕੌਮੀ ਪ੍ਰਧਾਨ ਕੌਣ ਹੋਵੇਗਾ, ਇਸ ਸੰਬੰਧੀ ਫੈਸਲੇ ਲਈ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸੰਗਠਨ ਦੀਆਂ ਅੰਦਰੂਨੀ ਚੋਣਾਂ ਕਰਵਾਉਣ ਬਾਰੇ ਫੈਸਲਾ ਲਿਆ ਗਿਆ। ਦੱਸਿਆ ਜਾ ਰਿਹਾ ਕਿ 23 ਜੂਨ ਨੂੰ ਕਾਂਗਰਸ ਦਾ ਪ੍ਰਧਾਨ ਚੁਣਨ ਸੰਬੰਧੀ ਸੰਗਠਨਾਤਮਕ ਚੋਣ ਕਰਵਾਈ ਜਾਵੇਗੀ। ਉਧਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਹਾਰ ਉੱਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਹੈ ਕਿ ਸਾਨੂੰ ਇਹਨਾਂ ਗੰਭੀਰ ਝਟਕਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਕਹਿਣਾ ਘੱਟ ਹੋਵੇਗਾ ਕਿ ਅਸੀਂ ਬਹੁਤ ਨਿਰਾਸ਼ ਹਾਂ। ਮੇਰਾ ਇਰਾਦਾ ਹੈ ਕਿ ਇਹਨਾਂ ਝਟਕਿਆਂ ਦਾ ਕਾਰਨ ਰਹੇ ਹਰੇਕ ਪੱਖ ਉੱਤੇ ਗੌਰ ਕਰਨ ਲਈ ਇੱਕ ਛੋਟੇ ਜਿਹੇ ਸਮੂਹ ਦਾ ਗਠਨ ਕਰਾਂ ਤੇ ਉਸ ਤੋਂ ਬਹੁਤ ਛੇਤੀ ਰਿਪੋਰਟ ਲਈ ਜਾਵੇ। ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਕੇਰਲ ਤੇ ਅਸਾਮ 'ਚ ਮੌਜੂਦਾ ਸਰਕਾਰਾਂ ਨੂੰ ਹਟਾਉਣ ਵਿੱਚ ਨਾਕਾਮ ਕਿਉਂ ਰਹੇ ਤੇ ਬੰਗਾਲ ਵਿੱਚ ਸਾਡਾ ਖਾਤਾ ਕਿਉਂ ਨਹੀਂ ਖੁੱਲ੍ਹ ਸਕਿਆ। ਇਹਨਾਂ ਸਵਾਲਾਂ ਦੇ ਕੁਝ ਅਸਹਿਜ ਕਰਨ ਵਾਲੇ ਸਬਕ ਹੋਣਗੇ, ਪਰ ਜੇ ਅਸੀਂ ਅਸਲੀਅਤ ਦਾ ਸਾਹਮਣਾ ਨਹੀਂ ਕਰਦੇ, ਜੇ ਅਸੀਂ ਤੱਥਾਂ ਨੂੰ ਸਹੀ ਤਰੀਕੇ ਨਾਲ ਨਹੀਂ ਵੇਖਦੇ, ਤਾਂ ਅਸੀਂ ਸਹੀ ਸਬਕ ਨਹੀਂ ਲੈ ਸਕਾਂਗੇ।